ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਮਿਸਟਰੈਸ ਕੰਮ ਕਰ ਰਹੀ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਵਿਆਕਰਨ ਦੇ ਤੀਸਰੇ ਅੰਗ ਬਾਰੇ ਗੱਲਬਾਤ ਕਰਾਂਗੇ, ਜਿਸ ਦਾ ਨਾਂ ਹੈ ਵਾਕਬੋਧ। ਵਾਕਬੋਧ ਕੀ ਹੈ? ਵਿਆਕਰਨ ਦੇ ਇਸ ਭਾਗ ਵਿੱਚ ਸ਼ਬਦਾਂ ਤੋਂ ਵਾਕ ਬਣਾਉਣ, ਵਾਕਾਂ ਦੀਆਂ ਕਿਸਮਾਂ, ਵਾਕ ਵਟਾਂਦਰਾ ਅਤੇ ਵਿਸ਼ਰਾਮ ਚਿੰਨ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਸਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਧੁਨੀ ਜਾਂ ਆਵਾਜ਼ ਪੈਦਾ ਹੁੰਦੀ ਹੈ। ਧੁਨੀ ਨੂੰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਮੰਨਿਆ ਜਾਂਦਾ ਹੈ। ਧੁਨੀਆਂ ਤੋਂ ਵਰਨ ਜਾਂ ਅੱਖਰ ਬਣਦੇ ਹਨ। ਅੱਖਰਾਂ ਨੂੰ ਲਗਾ ਮਾਤਰਾਵਾਂ ਲਾ ਕੇ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਨੂੰ ਮਿਲਾ ਕੇ ਵਾਕ ਬਣਦੇ ਹਨ। ਭਾਸ਼ਾ ਦੇ ਵਾਕਬੋਧ ਅੰਗ ਵਿੱਚ ਵਾਕਾਂਸ਼, ਉਪਵਾਕ ਅਤੇ ਵਾਕ ਆਦਿ ਵਿਆਕਰਨਿਕ ਇਕਾਈਆਂ ਨੂੰ ਵਿਚਾਰਿਆ ਜਾਂਦਾ ਹੈ। ਇਹ ਇਕਾਈਆਂ ਇੱਕ ਦੂਜੇ ਨਾਲ ਅੰਤਰ ਸੰਬੰਧਿਤ ਹਨ ਅਤੇ ਇਹਨਾਂ ਨੂੰ ਇੱਕ ਦੂਜੇ ਦੇ ਸੰਦਰਭ ਵਿੱਚ ਹੀ ਸਮਝਿਆ ਜਾਂਦਾ ਹੈ। ਇਸ ਵਿੱਚ ਵਾਕੰਸ਼ ਤੋਂ ਹੇਠਲੇ ਪੱਧਰਾਂ ਦਾ ਅਧਿਐਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਵਾਕੰਸ਼, ਉਪਵਾਕ ਅਤੇ ਵਾਕ ਕਾਰਜੀ ਇਕਾਈਆਂ ਹਨ। ਇਹ ਇਕਾਈਆਂ ਆਪਸ ਵਿੱਚ ਬੱਝੀਆਂ ਹੋਈਆਂ ਹਨ। ਇਸ ਵਿੱਚ ਭਾਸ਼ਾ ਦਾ ਵਿਆਕਰਨਿਕ ਨੇਮ ਪ੍ਰਬੰਧ ਕੰਮ ਕਰ ਰਿਹਾ ਹੁੰਦਾ ਹੈ। ਵਾਕਬੋਧ ਅਧਿਆਇ ਵਿੱਚ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਵਾਕਾਂਸ਼ ਬਾਰੇ। ਵਾਕਾਂਸ਼ ਕੀ ਹਨ? ਵਾਕ ਵਿੱਚ ਵਾਕਾਂਸ਼ ਦੀ ਵਰਤੋਂ ਕਿਵੇਂ ਹੁੰਦੀ ਹੈ? ਵਾਕਾਂਸ਼ ਆਧੁਨਿਕ ਵਿਆਕਰਨ ਪਰੰਪਰਾ ਦੀ ਦੇਣ ਹੈ। ਇਸ ਨੂੰ ਵਾਕ ਦੀ ਕਾਰਜੀ ਇਕਾਈ ਵੀ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾ ਦੀ ਵਾਕ ਬਣਤਰ ਵਿੱਚ ਵਾਕਾਂਸ਼ ਦਾ ਸਥਾਨ ਉਪਵਾਕ ਤੋਂ ਥੱਲੇ ਦਾ ਅਤੇ ਸ਼ਬਦ ਤੋਂ ਉੱਪਰ ਦਾ ਹੁੰਦਾ ਹੈ। ਤੁਸੀਂ ਸਲਾਈਡ ਵਿੱਚ ਦੇਖ ਰਹੇ ਹੋ। ਵਾਕਾਂਸ਼ ਦਾ ਸਥਾਨ ਉਪਵਾਕ ਤੋਂ ਥੱਲੇ ਦਾ ਅਤੇ ਸ਼ਬਦ ਤੋਂ ਉੱਪਰ ਦਾ ਹੁੰਦਾ ਹੈ। ਇਹ ਇੱਕ ਸ਼ਬਦੀ ਵੀ ਹੋ ਸਕਦਾ ਹੈ ਅਤੇ ਸ਼ਬਦਾਂ ਦਾ ਸਮੂਹ ਵੀ। ਸ਼ਬਦ ਅਤੇ ਵਾਕਾਂਸ਼ ਵਿੱਚ ਕੀ ਫਰਕ ਹੈ? ਸ਼ਬਦ ਇੱਕ ਅਰਥਗਤ ਸ਼੍ਰੇਣੀ ਹੈ, ਪਰ ਵਾਕਾਂਸ਼ ਇੱਕ ਕਾਰਜੀ ਇਕਾਈ ਹੈ। ਆਧੁਨਿਕ ਵਿਆਕਰਨ ਦੀ ਇਹ ਧਾਰਨਾ ਹੈ ਕਿ ਜਦ ਅਸੀਂ ਕਿਸੇ ਨਾਲ ਗੱਲਬਾਤ ਕਰ ਰਹੇ ਹੁੰਦੇ ਹਾਂ ਤਾਂ ਸਾਡੇ ਮੂੰਹ ਵਿੱਚੋਂ ਨਿਕਲਦੇ ਸ਼ਬਦ ਵਾਕਾਂਸ਼ ਦਾ ਰੂਪ ਧਾਰਨ ਕਰ ਲੈਂਦੇ ਹਨ। ਵਾਕ ਪੱਧਰ ਉੱਪਰ ਵਿਚਰਦਾ ਹੋਇਆ ਹਰ ਨਾਮ ਜਾਂ ਪੜਨਾਮ ਜਾਂ ਕਿਰਿਆ ਸ਼ਬਦ ਵਾਕਾਂਸ਼ ਦੀ ਭੂਮਿਕਾ ਨਿਭਾਉਂਦਾ ਹੈ। ਇੱਥੇ ਇਹ ਤੱਥ ਵੀ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਪੰਜਾਬੀ ਵਿੱਚ ਸ਼ਬਦ ਸ਼੍ਰੇਣੀਆਂ ਤਾਂ 8 ਹਨ, ਪਰ ਵਾਕੰਸ਼ ਦੀ ਭੂਮਿਕਾ ਸਿਰਫ 4 ਸ਼੍ਰੇਣੀਆਂ ਨਾਮ, ਵਿਸ਼ੇਸ਼ਣ, ਕਿਰਿਆ ਅਤੇ ਕਿਰਿਆ ਵਿਸ਼ੇਸ਼ਣ ਹੀ ਨਿਭਾਉਂਦੀਆਂ ਹਨ। ਜਿਵੇਂ ਪਹਿਲਾ ਵਾਕ ਹੈ, ਉੱਚੀਆਂ ਉੱਚੀਆਂ ਇਮਾਰਤਾਂ ਦੇਖਣ ਨੂੰ ਸੋਹਣੀਆਂ ਲੱਗਦੀਆਂ ਹਨ। ਇਸ ਵਾਕ ਵਿੱਚ ਉੱਚੀਆਂ ਉੱਚੀਆਂ ਇਮਾਰਤਾਂ ਸ਼ਬਦ ਸਮੂਹ ਨਾਮ ਵਾਕੰਸ਼ ਹਨ। ਦੂਸਰਾ ਵਾਕ ਹੈ, ਉਹ ਮੁੰਡਾ ਬਹੁਤ ਨੇਕ ਹੈ। ਇਸ ਵਾਕ ਵਿੱਚ ਬਹੁਤ ਨੇਕ ਜਿਹੜਾ ਸ਼ਬਦ ਆ ਉਹ ਸਮੂਹ ਵਿਸ਼ੇਸ਼ਣੀ ਵਾਕੰਸ਼ ਹੈ। ਤੀਸਰਾ ਵਾਕ ਹੈ, ਉਹ ਅੱਜ ਆਪਣੇ ਸਹੁਰੇ ਜਾ ਰਹੀ ਹੈ। ਇਸ ਵਾਕ ਵਿੱਚ ਜਾ ਰਹੀ ਹੈ ਸ਼ਬਦ ਸਮੂਹ ਕਿਰਿਆ ਵਾਕੰਸ਼ ਹਨ। ਚੌਥਾ ਵਾਕ ਹੈ, ਉਹ ਕਦੇ ਇੱਧਰ ਕਦੇ ਉੱਧਰ ਘੁੰਮ ਰਿਹਾ ਸੀ। ਇਸ ਵਾਕ ਵਿੱਚ ਕਦੇ ਇੱਧਰ ਕਦੇ ਉੱਧਰ ਸ਼ਬਦ ਸਮੂਹ ਕਿਰਿਆ ਵਿਸ਼ੇਸ਼ਣੀ ਵਾਕੰਸ਼ ਹੈ। ਵਾਕਬੋਧ ਅਧਿਆਇ ਵਿੱਚ ਵਾਕਾਂਸ਼ ਤੋਂ ਬਾਅਦ ਹੈ ਉਪਵਾਕ। ਉਪਵਾਕ ਕੀ ਹੈ? ਉਪਵਾਕ ਇੱਕ ਅਧੀਨ ਵਿਆਕਰਨਿਕ ਇਕਾਈ ਹੈ। ਉਪਵਾਕ ਦਾ ਸਥਾਨ ਵਾਕ ਤੋਂ ਥੱਲੇ
ਅਤੇ ਵਾਕਾਂਸ਼ ਤੋਂ ਉੱਪਰ ਦਾ ਹੈ। ਤੁਸੀਂ ਸਲਾਈਡ ਵਿੱਚ ਦੇਖ ਰਹੇ ਹੋ, ਉਪਵਾਕ ਦਾ ਸਥਾਨ ਵਾਕ ਤੋਂ ਥੱਲੇ ਅਤੇ ਵਾਕਾਂਸ਼ ਤੋਂ ਉੱਪਰ ਦਾ ਹੈ। ਇਸ ਨੂੰ ਵਾਕ ਦਾ ਰਚਨਾਤਮਕ ਅੰਗ ਵੀ ਕਿਹਾ ਜਾਂਦਾ ਹੈ। ਉਪਵਾਕ ਸਧਾਰਨ ਵਾਕ ਵਾਂਗ ਵਿਚਰਨ ਦੀ ਸਮਰੱਥਾ ਰੱਖਦਾ ਹੈ। ਇਸ ਦੀ ਪਛਾਣ ਸੁਤੰਤਰ ਉਪਵਾਕ ਅਤੇ ਅਧੀਨ ਉਪਵਾਕ ਦੇ ਤੌਰ ਤੇ ਵੀ ਕੀਤੀ ਜਾਂਦੀ ਹੈ। ਜਦੋਂ ਦੋ ਸਧਾਰਨ ਵਾਕ ਮਿਲਦੇ ਹਨ ਤਾਂ ਇੱਕ ਨਵੇਂ ਵਾਕ ਦੀ ਸਿਰਜਣਾ ਹੁੰਦੀ ਹੈ। ਇਸ ਸਿਰਜਣਾ ਵਿੱਚ ਸਮਾਨ ਯੋਜਕ ਦੀ ਭੂਮਿਕਾ ਖਾਸ ਹੁੰਦੀ ਹੈ। ਇਸ ਤਰ੍ਹਾਂ ਹੋਂਦ ਵਿੱਚ ਆਏ ਵਾਕ ਨੂੰ ਸੰਯੁਕਤ ਵਾਕ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਸੁਤੰਤਰ ਅਤੇ ਇੱਕ ਅਧੀਨ ਦੋ ਉਪਵਾਕਾਂ ਨੂੰ ਜੋੜਨ ਲਈ ਅਧੀਨ ਯੋਜਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੀ ਵਿਧੀ ਰਾਹੀਂ ਹੋਂਦ ਵਿੱਚ ਆਏ ਵਾਕ ਨੂੰ ਮਿਸ਼ਰਿਤ ਵਾਕ ਕਿਹਾ ਜਾਂਦਾ ਹੈ। ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਿਤ ਵਾਕਾਂ ਬਾਰੇ ਅਸੀਂ ਅੱਗੇ ਗੱਲਬਾਤ ਕਰਾਂਗੇ। ਬਣਤਰ ਦੇ ਆਧਾਰ ਤੇ ਉਪਵਾਕ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈ ਸੁਤੰਤਰ ਉਪਵਾਕ ਅਤੇ ਦੂਸਰਾ ਹੈ ਅਧੀਨ ਉਪਵਾਕ। ਇਸ ਤਰ੍ਹਾਂ ਵਾਕਾਂਸ਼ ਅਤੇ ਉਪਵਾਕ ਦੋਵੇਂ ਹੀ ਵਾਕ ਦੇ ਜ਼ਰੂਰੀ ਅੰਗ ਹਨ, ਵਾਕ ਦੇ ਕਾਰਜੀ ਤੱਤ ਹਨ। ਦੋਨਾਂ ਵਿੱਚ ਅੰਤਰ ਇਹ ਹੈ ਕਿ ਉਪਵਾਕ ਵਿੱਚ ਉਦੇਸ਼ ਅਤੇ ਵਿਧੇਯ ਦੋਵੇਂ ਹੁੰਦੇ ਹਨ, ਪਰ ਵਾਕਾਂਸ਼ ਵਿੱਚ ਉਦੇਸ਼ ਅਤੇ ਵਿਧੇਯ ਵਿੱਚੋਂ ਇੱਕ ਹੋ ਸਕਦਾ ਹੈ। ਹੁਣ ਆਪਾਂ ਗੱਲ ਕਰਾਂਗੇ ਵਾਕ ਬਾਰੇ। ਵਾਕ ਕੀ ਹੈ? ਵਾਕ ਇੱਕ ਕਾਰਜੀ ਇਕਾਈ ਹੈ। ਵਾਕ ਨੂੰ ਭਾਸ਼ਾ ਦੀ ਵਿਆਕਰਨਿਕ ਪੱਧਰ ਉੱਤੇ ਸਭ ਤੋਂ ਵੱਡੀ ਇਕਾਈ ਮੰਨਿਆ ਗਿਆ ਹੈ। ਵਿਆਕਰਣ ਦੇ ਪੱਧਰ ਉੱਤੇ ਇਸ ਨੂੰ ਵੱਡੀ ਇਕਾਈ ਮੰਨਦੇ ਹਨ ਅਤੇ ਇਸ ਤੋਂ ਉੱਪਰ ਕਿਸੇ ਵੀ ਇਕਾਈ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਸਲ ਵਿੱਚ ਵਾਕ ਪੱਧਰ ਉੱਤੇ ਪਹੁੰਚ ਕੇ ਛੋਟੀਆਂ ਵਿਆਕਰਨਿਕ ਇਕਾਈਆਂ ਦੀ ਅੰਦਰੂਨੀ ਬਣਤਰ ਸੰਪੂਰਨ ਹੋ ਜਾਂਦੀ ਹੈ ਅਤੇ ਇਸ ਪ੍ਰਕਾਰ ਉਹ ਸਾਰਥਕ ਸਮੁੱਚ ਦਾ ਹਿੱਸਾ ਬਣ ਜਾਂਦੀਆਂ ਹਨ। ਵਾਕ ਵੰਡ ਕਿਵੇਂ ਹੁੰਦੀ ਹੈ? ਵਿਆਕਰਣ ਵਿੱਚ ਵਾਕ ਨੂੰ ਉਦੇਸ਼ ਅਤੇ ਵਿਧੇਯ ਵਿੱਚ ਵੰਡ ਕੇ ਅਧਿਐਨ ਕੀਤਾ ਜਾਂਦਾ ਹੈ। ਉਦੇਸ਼ ਅਤੇ ਵਿਧੇਯ ਵਾਕ ਦੇ ਜ਼ਰੂਰੀ ਅੰਗ ਹਨ। ਜੇਕਰ ਇਹਨਾਂ ਦੋਨਾਂ ਵਿੱਚੋਂ ਇੱਕ ਨੂੰ ਵੀ ਵਾਕ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਵਾਕ ਦੀ ਸਾਰਥਕਤਾ ਖਤਮ ਹੋ ਜਾਂਦੀ ਹੈ। ਜਿਵੇਂ ਸਾਡੇ ਕੋਲ ਵਾਕ ਹਨ। ਪਹਿਲਾ ਵਾਕ ਹੈ, ਗੁਰਜੀਤ ਸਿੰਘ ਸਾਡੇ ਪਿੰਡ ਦਾ ਅਗਾਂਹਵਧੂ ਨੌਜਵਾਨ ਹੈ। ਇਸ ਵਾਕ ਵਿੱਚ ਗੁਰਜੀਤ ਸਿੰਘ ਉਦੇਸ਼ ਹੈ ਅਤੇ ਸਾਡੇ ਪਿੰਡ ਦਾ ਅਗਾਂਹਵਧੂ ਨੌਜਵਾਨ ਹੈ ਇਹ ਵਿਧੇਯ ਹੈ। ਉਦੇਸ਼ ਦੀ ਬਣਤਰ ਕਿਵੇਂ ਦੀ ਹੁੰਦੀ ਹੈ? ਉਦੇਸ਼ ਹਮੇਸ਼ਾ ਵਾਕ ਦੇ ਸ਼ੁਰੂ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨਾਵਾਂ ਨਾਲ ਨੇ ਸੰਬੰਧਕ ਦੀ ਵਰਤੋਂ ਹੁੰਦੀ ਹੈ ਉਹ ਵੀ ਉਦੇਸ਼ ਦੇ ਘੇਰੇ ਵਿੱਚ ਹੀ ਆਉਂਦੇ ਹਨ। ਜਿਵੇਂ ਦੂਸਰਾ ਵਾਕ ਹੈ, ਕੁੜੀ ਨੇ ਕਿਤਾਬ ਪੜ੍ਹੀ। ਇਸ ਵਾਕ ਵਿੱਚ ਸਿਰਫ ਕੁੜੀ ਸ਼ਬਦ ਹੀ ਉਦੇਸ਼ ਨਹੀਂ ਹੈ, ਸਗੋਂ ਕੁੜੀ ਸ਼ਬਦ ਦੇ ਨਾਲ ਲੱਗਾ ਸੰਬੰਧਕ ਨੇ ਵੀ ਉਦੇਸ਼ ਹੈ। ਸੋ ਇਸ ਵਾਕ ਵਿੱਚ ਉਦੇਸ਼ ਹੈ ਕੁੜੀ ਨੇ। ਕਿਤਾਬ ਪੜ੍ਹੀ ਵਿਧੇਯ ਹੈ। ਇਸ ਤੋਂ ਇਲਾਵਾ ਉਦੇਸ਼ ਨੂੰ ਵਿਸਥਾਰ ਦੇਣ ਲਈ ਵਰਤੇ ਜਾਣ ਵਾਲੇ ਵਿਸ਼ੇਸ਼ਣ, ਆਦਰਵਾਚੀ ਅਤੇ ਦਬਾਅਵਾਚੀ ਸ਼ਬਦ ਵੀ ਉਦੇਸ਼ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਹਨ। ਜਿਵੇਂ ਤੀਸਰਾ ਵਾਕ ਹੈ, ਸੋਹਣੀ ਕੁੜੀ ਨੇ ਕਿਤਾਬ ਪੜ੍ਹੀ। ਇਸ ਵਾਕ ਵਿੱਚ ਸੋਹਣੀ ਸ਼ਬਦ ਵਿਸ਼ੇਸ਼ਣ ਹੈ ਅਤੇ ਇਹ ਵੀ ਉਦੇਸ਼ ਵਾਲੀ ਸ਼੍ਰੇਣੀ ਵਿੱਚ ਹੀ ਆਵੇਗਾ। ਸੋ ਇਸ ਵਾਕ ਦਾ ਉਦੇਸ਼ ਹੈ ਸੋਹਣੀ ਕੁੜੀ ਨੇ। ਕਿਤਾਬ ਪੜ੍ਹੀ ਵਿਧੇਯ ਹੈ। ਇਸ ਤੋਂ ਇਲਾਵਾ ਆਦਰਵਾਚੀ ਸ਼ਬਦ ਵੀ ਉਦੇਸ਼ ਵਿੱਚ ਹੀ ਆਉਂਦੇ ਹਨ। ਆਦਰਵਾਚੀ ਸ਼ਬਦ ਜਿਵੇਂ ਜੀ। ਚੌਥਾ ਵਾਕ ਹੈ, ਮੇਰੇ ਪਿਤਾ ਜੀ ਅਖਬਾਰ ਪੜ੍ਹਦੇ ਹਨ। ਇਸ ਵਾਕ ਵਿੱਚ ਮੇਰੇ ਪਿਤਾ ਜੀ ਉਦੇਸ਼ ਹੈ, ਅਖਬਾਰ ਪੜ੍ਹਦੇ ਹਨ ਵਿਧੇਯ ਹੈ। ਇਸੇ ਤਰ੍ਹਾਂ ਦਬਾਅਵਾਚੀ ਸ਼ਬਦ ਵੀ ਉਦੇਸ਼ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਹਨ। ਜਿਵੇਂ
ਪੰਜਵਾਂ ਵਾਕ ਹੈ, ਮੈਂ ਵੀ ਤੁਹਾਡੇ ਨਾਲ ਦਿੱਲੀ ਜਾਵਾਂਗੀ। ਇਸ ਵਾਕ ਵਿੱਚ ਮੈਂ ਵੀ ਉਦੇਸ਼ ਹੈ, ਤੁਹਾਡੇ ਨਾਲ ਦਿੱਲੀ ਜਾਵਾਂਗੀ ਇਹ ਵਿਧੇਯ ਹੈ। ਆਧੁਨਿਕ ਵਿਆਕਰਣ ਵਿੱਚ ਉਦੇਸ਼ ਨੂੰ ਨਾਮ ਵਾਕੰਸ਼ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਉਦੇਸ਼ ਦੀ ਬਣਤਰ ਤੋਂ ਇਲਾਵਾ ਆਪਾਂ ਵਿਧੇਯ ਦੀ ਗੱਲ ਕਰਦੇ ਹਾਂ। ਵਿਧੇਯ ਜਿਹੜਾ ਆ ਇਹ ਕੀ ਹੁੰਦਾ ਆ? ਉਦੇਸ਼ ਬਾਰੇ ਜੋ ਕੁਝ ਕਿਹਾ ਜਾਵੇ ਉਸ ਨੂੰ ਵਿਧੇਯ ਕਹਿੰਦੇ ਹਨ। ਉਦੇਸ਼ ਦੇ ਮੁਕਾਬਲੇ ਵਿਧੇਯ ਵੱਧ ਜਟਿਲ ਵਿਆਕਰਨਿਕ ਇਕਾਈ ਹੈ। ਉਦੇਸ਼ ਵਿੱਚ ਜਿੱਥੇ ਸਿਰਫ ਇੱਕੋ ਤੱਤ ਨਾਮ ਤੱਤ ਵਿਚਰਦਾ ਹੈ, ਉੱਥੇ ਵਿਧੇਯ ਵਿੱਚ ਇੱਕ ਤੋਂ ਵੱਧ ਨਾਮ ਤੱਤ ਵਿਚਰਦੇ ਹਨ। ਵਿਧੇਯ ਦਾ ਕਿਰਿਆ ਜਾਂ ਕਿਰਿਆ ਵਾਕੰਸ਼ ਤਾਂ ਲਾਜ਼ਮੀ ਤੱਤ ਹੈ, ਪਰ ਇਸ ਵਿੱਚ ਨਾਮ ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ ਅਤੇ ਸੰਬੰਧਕ ਆਦਿ ਤੱਤ ਵੀ ਵਿਚਰਦੇ ਹਨ। ਜਿਵੇਂ ਸਾਡੇ ਕੋਲ 6ਵਾਂ ਵਾਕ ਹੈ, ਮੁੰਡਿਆਂ ਨੇ ਅੱਜ ਫੁੱਟਬਾਲ ਦਾ ਮੈਚ ਖੇਡਣਾ ਹੈ। ਇਸ ਵਾਕ ਵਿੱਚ ਮੁੰਡਿਆਂ ਸ਼ਬਦ ਕਰਤਾ ਹੈ, ਨੇ ਸੰਬੰਧਕ ਹੈ, ਅੱਜ ਕਿਰਿਆ ਵਿਸ਼ੇਸ਼ਣ ਹੈ, ਫੁੱਟਬਾਲ ਦਾ ਮੈਚ ਕਰਮ ਹੈ ਅਤੇ ਕਿਰਿਆ ਹੈ ਖੇਡਣਾ ਹੈ। ਇਸ ਵਾਕ ਵਿੱਚ ਉਦੇਸ਼ ਹੈ ਮੁੰਡਿਆਂ ਨੇ, ਵਿਧੇਯ ਹੈ ਅੱਜ ਫੁੱਟਬਾਲ ਦਾ ਮੈਚ ਖੇਡਣਾ ਹੈ। ਇਸ ਤਰ੍ਹਾਂ ਉਦੇਸ਼ ਅਤੇ ਵਿਧੇਯ ਮਿਲ ਕੇ ਵਾਕ ਦੀ ਸਿਰਜਣਾ ਕਰਦੇ ਹਨ। ਹੁਣ ਆਪਾਂ ਗੱਲ ਕਰਾਂਗੇ ਵਾਕਾਂ ਦੀ ਸ਼੍ਰੇਣੀ ਵੰਡ ਜਾਂ ਵਾਕ ਵਟਾਂਦਰੇ ਬਾਰੇ। ਵਾਕਾਂ ਦੀ ਸ਼੍ਰੇਣੀ ਵੰਡ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਪਹਿਲੀ ਹੈ ਵਾਕਾਂ ਦੀ ਬਣਤਰ ਦੇ ਆਧਾਰ ਤੇ ਵੰਡ ਅਤੇ ਦੂਸਰੀ ਹੈ ਵਾਕਾਂ ਦੀ ਕਾਰਜ ਦੇ ਆਧਾਰ ਤੇ ਵੰਡ। ਵਾਕਾਂ ਦੀ ਬਣਤਰ ਦੇ ਆਧਾਰ ਤੇ ਵੰਡ ਵਿੱਚ ਤਿੰਨ ਤਰ੍ਹਾਂ ਦੇ ਵਾਕ ਹੁੰਦੇ ਹਨ: ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਿਤ ਵਾਕ। ਵਾਕਾਂ ਦੀ ਕਾਰਜ ਦੇ ਆਧਾਰ ਤੇ ਵੰਡ ਵਿੱਚ ਵਾਕ ਚਾਰ ਤਰ੍ਹਾਂ ਦੇ ਹੁੰਦੇ ਹਨ: ਹਾਂ ਵਾਚਕ ਵਾਕ, ਨਾ ਵਾਚਕ ਵਾਕ, ਪ੍ਰਸ਼ਨ ਵਾਚਕ ਵਾਕ ਅਤੇ ਵਿਸਮੈ ਵਾਚਕ ਵਾਕ। ਸਭ ਤੋਂ ਪਹਿਲਾਂ ਅਸੀਂ ਬਣਤਰ ਦੇ ਆਧਾਰ ਤੇ ਵਾਕ ਵਟਾਂਦਰੇ ਬਾਰੇ ਗੱਲਬਾਤ ਕਰਾਂਗੇ। ਬਣਤਰ ਦੇ ਆਧਾਰ ਤੇ ਵਾਕਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ: ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਿਤ ਵਾਕ। ਸਭ ਤੋਂ ਪਹਿਲਾ ਹੈ ਸਧਾਰਨ ਵਾਕ। ਸਧਾਰਨ ਵਾਕ ਕੀ ਹੁੰਦਾ ਹੈ? ਪੰਜਾਬੀ ਭਾਸ਼ਾ ਦਾ ਸਧਾਰਨ ਵਾਕ ਨਾਮ ਵਾਕਾਂਸ਼ ਤੇ ਕਿਰਿਆ ਵਾਕਾਂਸ਼ ਰਾਹੀਂ ਹੋਂਦ ਵਿੱਚ ਆਉਂਦਾ ਹੈ। ਇਹ ਦੋਵੇਂ ਵਾਕ ਦੇ ਲਾਜ਼ਮੀ ਤੱਤ ਹਨ ਅਤੇ ਇਹਨਾਂ ਤੋਂ ਬਿਨਾਂ ਵਾਕ ਅਧੂਰਾ ਲੱਗਦਾ ਹੈ। ਜਿਵੇਂ ਪਹਿਲਾ ਵਾਕ ਹੈ, ਗੁਰਬੀਰ ਸਿੰਘ ਖੇਡਦਾ ਹੈ। ਇਸ ਵਾਕ ਵਿੱਚ ਗੁਰਬੀਰ ਸਿੰਘ ਨਾਮ ਵਾਕਾਂਸ਼ ਹੈ ਅਤੇ ਖੇਡਦਾ ਹੈ ਕਿਰਿਆ ਵਾਕਾਂਸ਼ ਹੈ। ਇਸ ਤੋਂ ਇਲਾਵਾ ਹਰ ਵਾਕਾਂਸ਼ ਜੁੜ ਕੇ ਸਧਾਰਨ ਵਾਕ ਦਾ ਵਿਸਥਾਰ ਕਰਦੇ ਹਨ। ਇਸ ਵਿੱਚ ਇੱਕ ਉਦੇਸ਼, ਇੱਕ ਵਿਧੇਯ ਅਤੇ ਇੱਕ ਹੀ ਕਿਰਿਆ ਜਾਂ ਕਿਰਿਆ ਵਾਕਾਂਸ਼ ਹੁੰਦਾ ਹੈ। ਜਿਵੇਂ ਦੂਸਰਾ ਵਾਕ ਹੈ, ਲੋਕ ਤਮਾਸ਼ਾ ਦੇਖਦੇ ਹਨ। ਇਸ ਵਾਕ ਵਿੱਚ ਲੋਕ ਸ਼ਬਦ ਉਦੇਸ਼ ਹੈ ਅਤੇ ਬਾਕੀ ਦਾ ਸਾਰਾ ਵਾਕ ਤਮਾਸ਼ਾ ਦੇਖਦੇ ਹਨ, ਇਹ ਵਿਧੇਯ ਹੈ। ਇਸ ਵਾਕ ਵਿੱਚ ਲੋਕ ਸ਼ਬਦ ਨਾਮ ਵਾਕਾਂਸ਼ ਹੈ, ਤਮਾਸ਼ਾ ਸ਼ਬਦ ਕਰਮ ਹੈ ਅਤੇ ਦੇਖਦੇ ਹਨ ਸ਼ਬਦ ਕਿਰਿਆ ਵਾਕਾਂਸ਼ ਹਨ। ਇਸ ਤਰ੍ਹਾਂ ਇਸ ਵਾਕ ਦੇ ਵਿੱਚ ਨਾਮ ਵਾਕਾਂਸ਼, ਕਰਮ ਨਾਮ ਵਾਕਾਂਸ਼ ਅਤੇ ਕਿਰਿਆ ਵਾਕਾਂਸ਼ ਆਏ ਹਨ। ਲੋਕ ਸ਼ਬਦ ਨਾਮ ਵਾਕਾਂਸ਼ ਹੈ, ਤਮਾਸ਼ਾ ਸ਼ਬਦ ਕਰਮ ਨਾਮ ਵਾਕਾਂਸ਼ ਹੈ ਅਤੇ ਦੇਖਦੇ ਹਨ ਸ਼ਬਦ ਕਿਰਿਆ ਵਾਕਾਂਸ਼ ਹਨ। ਬਣਤਰ ਦੇ ਆਧਾਰ ਤੇ ਵਾਕ ਦੀ ਦੂਸਰੀ ਕਿਸਮ ਹੈ ਸੰਯੁਕਤ ਵਾਕ। ਸੰਯੁਕਤ ਵਾਕਾਂ ਦੀ ਬਣਤਰ ਸਾਵੀਂ ਹੁੰਦੀ ਹੈ। ਸਾਵੀਂ ਤੋਂ ਭਾਵ ਹਰ ਪੱਖੋਂ ਬਰਾਬਰਤਾ ਦਾ ਭਾਵ ਰੱਖਣ ਵਾਲੇ ਵਾਕ। ਵਿਆਕਰਣ ਦੀ ਦ੍ਰਿਸ਼ਟੀ ਤੋਂ ਇਹ ਸੁਤੰਤਰ ਤੌਰ ਉੱਤੇ ਵਿਚਰਨ ਦੀ ਸਮਰੱਥਾ ਰੱਖਦੇ ਹਨ। ਸੰਯੁਕਤ ਵਾਕ ਦੀ ਬਣਤਰ ਵਿੱਚ
ਦੋ ਜਾਂ ਦੋ ਤੋਂ ਵੱਧ ਸੁਤੰਤਰ, ਸਧਾਰਨ ਜਾਂ ਸਮਾਨ ਉਪਵਾਕਾਂ ਨੂੰ ਕਾਮੇ ਜਾਂ ਸਮਾਨ ਯੋਜਕਾਂ ਨਾਲ ਜੋੜਿਆ ਜਾਂਦਾ ਹੈ। ਕਿਵੇਂ? ਜਿਵੇਂ ਪਹਿਲਾ ਵਾਕ ਹੈ, ਮੁੰਡੇ ਖੇਡ ਰਹੇ ਹਨ ਅਤੇ ਕੁੜੀਆਂ ਪੜ੍ਹ ਰਹੀਆਂ ਹਨ। ਇਸ ਵਾਕ ਵਿੱਚ ਅਤੇ ਸ਼ਬਦ ਸਮਾਨ ਯੋਜਕ ਹੈ, ਜਿਸ ਨੇ ਦੋ ਸੁਤੰਤਰ ਉਪਵਾਕਾਂ ਨੂੰ ਆਪਸ ਵਿੱਚ ਜੋੜਿਆ ਹੈ। ਇਹ ਸੰਯੁਕਤ ਵਾਕ ਹੈ। ਸੰਯੁਕਤ ਵਾਕਾਂ ਦੀ ਇਹ ਖਾਸੀਅਤ ਹੁੰਦੀ ਹੈ ਕਿ ਜੇਕਰ ਸੰਯੁਕਤ ਵਾਕਾਂ ਨੂੰ ਇੱਕ ਦੂਸਰੇ ਤੋਂ ਵੱਖ ਵੀ ਕਰ ਦਿੱਤਾ ਜਾਵੇ ਤਾਂ ਵੀ ਸੁਤੰਤਰ ਰੂਪ ਵਿੱਚ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ, ਕਿਉਂਕਿ ਵਾਕ ਵਿਚਲੇ ਉਪਵਾਕ ਇੱਕ ਦੂਸਰੇ ਉੱਪਰ ਨਿਰਭਰ ਨਹੀਂ ਹੁੰਦੇ। ਜਿਵੇਂ ਇਸ ਵਾਕ ਵਿਚਲੇ ਦੋਵੇਂ ਉਪਵਾਕ ਸੁਤੰਤਰ ਹਨ ਅਤੇ ਇਹ ਸੰਯੁਕਤ ਵਾਕ ਹੈ। ਦੂਸਰਾ ਵਾਕ ਹੈ, ਜ਼ਿੰਦਗੀ ਦਾ ਆਨੰਦ ਲੈਣ ਲਈ ਅਨੁਸ਼ਾਸਨ ਜ਼ਰੂਰੀ ਹੈ, ਨਿਯਮਬੱਧਤਾ ਗੁਲਾਮੀ ਨਹੀਂ ਹੁੰਦੀ। ਇਹ ਸੰਯੁਕਤ ਵਾਕ ਹੈ, ਜਿਸ ਵਿੱਚ ਕਾਮੇ ਨੇ ਦੋ ਸੁਤੰਤਰ ਉਪਵਾਕਾਂ ਨੂੰ ਆਪਸ ਵਿੱਚ ਜੋੜਿਆ ਹੈ। ਬਣਤਰ ਦੇ ਆਧਾਰ ਤੇ ਵਾਕ ਦੀ ਤੀਸਰੀ ਕਿਸਮ ਹੈ ਮਿਸ਼ਰਿਤ ਵਾਕ। ਮਿਸ਼ਰਿਤ ਵਾਕਾਂ ਦੀ ਬਣਤਰ ਅਸਾਵੀਂ ਮੰਨੀ ਜਾਂਦੀ ਹੈ, ਭਾਵ ਇਸ ਵਿਚਲੇ ਉਪਵਾਕ ਬਰਾਬਰਤਾ ਦੇ ਪੱਧਰ ਉੱਤੇ ਨਹੀਂ ਵਿਚਰਦੇ। ਮਿਸ਼ਰਤ ਵਾਕ ਦੀ ਬਣਤਰ ਵਿੱਚ ਇੱਕ ਮੁੱਖ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ। ਮੁੱਖ ਉਪਵਾਕ ਸੁਤੰਤਰ ਤੌਰ ਤੇ ਵਿਚਰਨ ਦੀ ਸਮਰੱਥਾ ਰੱਖਦਾ ਹੈ, ਪਰ ਅਧੀਨ ਉਪਵਾਕ ਸੁਤੰਤਰ ਤੌਰ ਤੇ ਨਹੀਂ ਵਿਚਰ ਸਕਦੇ। ਇਹ ਤਾਂ ਕਿਸੇ ਮੁੱਖ ਉਪਵਾਕ ਨਾਲ ਆ ਕੇ ਹੀ ਸਾਰਥਕਤਾ ਗ੍ਰਹਿਣ ਕਰਦੇ ਹਨ। ਜਿਵੇਂ ਪਹਿਲਾ ਵਾਕ ਹੈ, ਇੰਨੇ ਮਜ਼ਬੂਤ ਬਣੋ ਕਿ ਕੋਈ ਵੀ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਨਾ ਕਰ ਸਕੇ। ਇਸ ਵਾਕ ਦੀ ਬਣਤਰ ਅਸਾਵੀਂ ਹੈ। ਵਾਕ ਦੀ ਬਣਤਰ ਵਿੱਚ ਇੱਕ ਮੁੱਖ ਉਪਵਾਕ ਹੈ ਅਤੇ ਦੂਸਰਾ ਅਧੀਨ ਉਪਵਾਕ ਹੈ। ਅਧੀਨ ਉਪਵਾਕ ਆਪਣੀ ਪੂਰਨਤਾ ਲਈ ਮੁੱਖ ਉਪਵਾਕ ਤੇ ਨਿਰਭਰ ਕਰਦਾ ਹੈ। ਇਸ ਵਾਕ ਦਾ ਪਹਿਲਾ ਹਿੱਸਾ ਕੁਝ ਹੱਦ ਤੱਕ ਸੁਤੰਤਰ ਵਾਕ ਹੈ ਅਤੇ ਵਾਕ ਦਾ ਦੂਜਾ ਹਿੱਸਾ ਪਹਿਲੇ ਹਿੱਸੇ ਦੇ ਅਧੀਨ ਹੈ। ਇਹ ਮਿਸ਼ਰਤ ਵਾਕ ਹੈ। ਦੂਸਰਾ ਵਾਕ ਹੈ, ਜੇ ਅਸੀਂ ਆਪਣੇ ਵਰਤਮਾਨ ਦਾ ਪੂਰੀ ਤਰ੍ਹਾਂ ਆਨੰਦ ਲੈਂਦੇ ਹਾਂ ਤਾਂ ਅਸੀਂ ਆਪਣੇ ਚੰਗੇ ਭਵਿੱਖ ਦੇ ਬੀਜ ਰਹੇ ਹੁੰਦੇ ਹਾਂ। ਇਹ ਵਾਕ ਮਿਸ਼ਰਤ ਵਾਕ ਹੈ, ਜਿਸ ਵਿੱਚ ਜੇ ਅਤੇ ਤਾਂ ਅਧੀਨ ਯੋਜਕ ਸ਼ਬਦ ਵਾਕ ਨੂੰ ਆਪਸ ਵਿੱਚ ਜੋੜ ਰਹੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਧਾਰਨ ਵਾਕ ਪੂਰਨ ਵਾਕ ਹੁੰਦਾ ਹੈ। ਦੋ ਸਧਾਰਨ ਵਾਕ ਯੋਜਕ ਰਾਹੀਂ ਜੁੜ ਕੇ ਸੰਯੁਕਤ ਵਾਕ ਬਣਾਉਂਦੇ ਹਨ ਅਤੇ ਇੱਕ ਅਧੀਨ ਵਾਕ ਅਤੇ ਇੱਕ ਸੁਤੰਤਰ ਵਾਕ ਜੁੜ ਕੇ ਮਿਸ਼ਰਤ ਵਾਕ ਬਣਾਉਂਦੇ ਹਨ। ਸੋ ਇਹ ਸੀ ਬਣਤਰ ਦੇ ਆਧਾਰ ਤੇ ਵਾਕ ਵੰਡ। ਅਗਲਾ ਹੈ, ਕਾਰਜ ਦੇ ਆਧਾਰ ਤੇ ਵਾਕ ਵੰਡ ਕਿਵੇਂ ਹੁੰਦੀ ਹੈ। ਕਾਰਜ ਦੇ ਆਧਾਰ ਤੇ ਵਾਕ ਚਾਰ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਹੈ ਹਾਂ ਵਾਚਕ ਵਾਕ, ਦੂਸਰਾ ਹੈ ਨਾ ਵਾਚਕ ਵਾਕ, ਤੀਸਰਾ ਹੈ ਪ੍ਰਸ਼ਨਵਾਚਕ ਵਾਕ ਅਤੇ ਚੌਥਾ ਹੈ ਵਿਸਮੇਵਾਚਕ ਵਾਕ। ਪਹਿਲਾ ਹੈ ਹਾਂ ਵਾਚਕ ਵਾਕ। ਜਿਸ ਵਾਕ ਵਿੱਚ ਕਿਰਿਆ ਹਾਂ ਵਾਚਕ ਹੋਵੇ ਉਸ ਨੂੰ ਹਾਂ ਵਾਚਕ ਵਾਕ ਕਹਿੰਦੇ ਹਨ। ਜਿਵੇਂ ਪਹਿਲਾ ਵਾਕ ਹੈ, ਵਿਦਿਆ ਇੱਕ ਅਜਿਹੀ ਕੁੰਜੀ ਹੈ ਜੋ ਹਰ ਮੁਸ਼ਕਿਲ ਰੂਪੀ ਜਿੰਦਰੇ ਨੂੰ ਖੋਲ੍ਹ ਸਕਦੀ ਹੈ। ਇਹ ਵਾਕ ਹਾਂ ਵਾਚਕ ਵਾਕ ਹੈ। ਕਿਉਂ? ਕਿਉਂਕਿ ਵਾਕ ਦੀ ਕਿਰਿਆ ਹਾਂ ਵਾਚਕ ਹੈ। ਦੂਸਰਾ ਵਾਕ ਹੈ, ਚੰਗੀਆਂ ਪੁਸਤਕਾਂ ਆਪਣੇ ਮਿੱਠੇ ਅਤੇ ਸਿਆਣੇ ਬੋਲਾਂ ਨਾਲ ਸਾਡਾ ਹੌਸਲਾ ਵਧਾਉਂਦੀਆਂ ਹਨ। ਇਸ ਵਾਕ ਦੀ ਕਿਰਿਆ ਹਾਂ ਵਾਚਕ ਹੈ ਅਤੇ ਇਹ ਵਾਕ ਹਾਂ ਵਾਚਕ ਵਾਕ ਹੈ। ਕਾਰਜ ਦੇ ਆਧਾਰ ਤੇ ਵਾਕ ਦੀ ਦੂਸਰੀ ਕਿਸਮ ਹੈ ਨਾ ਵਾਚਕ ਵਾਕ। ਜਿਨ੍ਹਾਂ ਵਾਕਾਂ ਵਿੱਚ ਨਾ, ਨਹੀਂ ਆਦਿ ਨਾ ਵਾਚਕ ਤੱਤਾਂ ਦੀ ਵਰਤੋਂ ਹੁੰਦੀ ਹੈ ਉਸ ਨੂੰ ਨਾ ਵਾਚਕ ਵਾਕ ਕਹਿੰਦੇ ਹਨ। ਜਿਵੇਂ ਪਹਿਲਾ ਵਾਕ ਹੈ, ਮਾਤ ਭਾਸ਼ਾ ਦੀ ਸਿੱਖਿਆ ਤੋਂ ਬਗੈਰ ਕੋਈ ਵਿਦਿਆਰਥੀ
ਸਿੱਖਿਆ ਦੇ ਖੇਤਰ ਵਿੱਚ ਸਿਖਰਾਂ ਨਹੀਂ ਛੂਹ ਸਕਦਾ। ਇਹ ਵਾਕ ਨਾਂਹਵਾਚਕ ਵਾਕ ਹੈ। ਕਿਉਂ? ਕਿਉਂਕਿ ਵਾਕ ਵਿੱਚ ਨਹੀਂ ਨਾਂਹਵਾਚਕ ਤੱਤ ਦੀ ਵਰਤੋਂ ਹੋਈ ਹੈ। ਦੂਸਰਾ ਵਾਕ ਹੈ, ਜਿਹੜਾ ਸਰੀਰ ਮੁਸ਼ੱਕਤ ਵਿੱਚ ਨਹੀਂ ਪੈਂਦਾ ਕਦੇ ਅਰੋਗ ਨਹੀਂ ਰਹਿ ਸਕਦਾ। ਇਹ ਵਾਕ ਨਾਂਹਵਾਚਕ ਹੈ ਕਿਉਂਕਿ ਇਸ ਵਾਕ ਵਿੱਚ ਨਹੀਂ ਸ਼ਬਦ ਨਾਂਹਵਾਚਕ ਤੱਤ ਹੈ। ਕਾਰਜ ਦੇ ਆਧਾਰ ਤੇ ਵਾਕ ਦੀ ਤੀਸਰੀ ਕਿਸਮ ਹੈ ਪ੍ਰਸ਼ਨਵਾਚਕ ਵਾਕ। ਜਿਨ੍ਹਾਂ ਵਾਕਾਂ ਵਿੱਚ ਕੋਈ ਪ੍ਰਸ਼ਨ ਜਾਂ ਸਵਾਲ ਪੁੱਛਿਆ ਜਾਂਦਾ ਹੈ ਅਤੇ ਵਾਕ ਦੇ ਅੰਤ ਵਿੱਚ ਪ੍ਰਸ਼ਨਵਾਚਕ ਚਿੰਨ੍ਹ ਲੱਗਦਾ ਹੈ, ਉਹਨਾਂ ਨੂੰ ਪ੍ਰਸ਼ਨਵਾਚਕ ਵਾਕ ਕਹਿੰਦੇ ਹਨ। ਅਜਿਹੇ ਵਾਕਾਂ ਵਿੱਚ ਆਮ ਤੌਰ ਤੇ ਕੀ, ਕਿਉਂ, ਕਿੱਧਰ, ਕਿੱਥੇ, ਕਿਹੜਾ, ਕਦੋਂ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਪਹਿਲਾ ਵਾਕ ਹੈ, ਗਲਤੀ ਦੀ ਮੁਆਫੀ ਮੰਗਣ ਨਾਲ ਕੀ ਹੁੰਦਾ ਹੈ। ਇਸ ਵਾਕ ਵਿੱਚ ਸਵਾਲ ਪੁੱਛਿਆ ਗਿਆ ਹੈ। ਕੀ ਸ਼ਬਦ ਪ੍ਰਸ਼ਨਵਾਚਕ ਹੈ ਅਤੇ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਲੱਗਾ ਹੈ, ਸੋ ਇਹ ਪ੍ਰਸ਼ਨਵਾਚਕ ਵਾਕ ਹੈ। ਦੂਸਰਾ ਵਾਕ ਹੈ, ਮੂਲ ਸ਼ਬਦ ਕਿਸ ਨੂੰ ਕਹਿੰਦੇ ਹਨ। ਇਸ ਵਾਕ ਵਿੱਚ ਪ੍ਰਸ਼ਨ ਪੁੱਛਿਆ ਗਿਆ ਹੈ। ਕਿਸ ਸ਼ਬਦ ਪ੍ਰਸ਼ਨਵਾਚਕ ਹੈ ਅਤੇ ਵਾਕ ਦੇ ਅਖੀਰ ਤੇ ਵਿਸ਼ਰਾਮ ਚਿੰਨ੍ਹ ਪ੍ਰਸ਼ਨ ਚਿੰਨ੍ਹ ਲੱਗਾ ਹੈ, ਸੋ ਇਹ ਵਾਕ ਪ੍ਰਸ਼ਨਵਾਚਕ ਵਾਕ ਹੈ। ਕਾਰਜ ਦੇ ਆਧਾਰ ਤੇ ਵਾਕ ਦੀ ਚੌਥੀ ਕਿਸਮ ਹੈ ਵਿਸਮੈਵਾਚਕ ਵਾਕ। ਜਿਸ ਵਾਕ ਵਿੱਚ ਖੁਸ਼ੀ, ਦੁੱਖ, ਹੈਰਾਨੀ, ਡਰ, ਪ੍ਰਸ਼ੰਸਾ ਜਾਂ ਘਬਰਾਹਟ ਦੇ ਭਾਵ ਪ੍ਰਗਟ ਹੋਣ, ਉਸ ਨੂੰ ਵਿਸਮੈਵਾਚਕ ਵਾਕ ਕਹਿੰਦੇ ਹਨ। ਵਿਸਮਿਕ ਸ਼ਬਦ ਤੋਂ ਬਾਅਦ ਵਿਸਮਿਕ ਚਿੰਨ੍ਹ ਲਗਾਇਆ ਜਾਂਦਾ ਹੈ। ਜਿਵੇਂ ਪਹਿਲਾ ਵਾਕ ਹੈ, ਖਬਰਦਾਰ ਅੱਗੇ ਖਤਰਾ ਹੈ। ਇਸ ਵਾਕ ਵਿੱਚ ਖਬਰਦਾਰ ਸ਼ਬਦ ਵਿਸਮਿਕ ਹੈ। ਵਿਸਮਿਕ ਸ਼ਬਦ ਤੋਂ ਬਾਅਦ ਵਿਸਮਿਕ ਚਿੰਨ੍ਹ ਲੱਗਾ ਹੋਇਆ ਹੈ ਅਤੇ ਵਾਕ ਵਿੱਚ ਸੂਚਨਾ ਜਾਂ ਚੇਤਾਵਨੀ ਦੇ ਭਾਵ ਪ੍ਰਗਟ ਕੀਤੇ ਗਏ ਹਨ। ਇਸ ਕਰਕੇ ਇਹ ਵਾਕ ਵਿਸਮੈਵਾਚਕ ਵਾਕ ਹੈ। ਦੂਸਰਾ ਵਾਕ ਹੈ ਉਸ ਦਾ ਮੁੰਡਾ ਵਿਦੇਸ਼ ਚਲਾ ਗਿਆ। ਇਸ ਵਾਕ ਵਿੱਚ ਹੈ ਸ਼ਬਦ ਹੈਰਾਨੀਵਾਚਕ ਵਿਸਮਕ ਹੈ। ਵਾਕ ਵਿੱਚ ਹੈਰਾਨੀ ਦੇ ਭਾਵ ਹਨ। ਵਾਕ ਦੇ ਵਿੱਚ ਵਿਸਮਿਕ ਚਿੰਨ੍ਹ ਲੱਗਾ ਹੋਇਆ ਹੈ, ਇਸ ਕਰਕੇ ਇਹ ਵਾਕ ਵਿਸਮੈਵਾਚਕ ਵਾਕ ਹੈ। ਇਹਨਾਂ ਵਾਕਾਂ ਵਿੱਚ ਇਹ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਕਿ ਜੇ ਵਿਸਮੇ ਦਾ ਭਾਵ ਇੱਕ ਸ਼ਬਦ ਵਿੱਚ ਪ੍ਰਗਟ ਹੈ ਤਦ ਵਿਸਮਕ ਚਿੰਨ੍ਹ ਉਸ ਸ਼ਬਦ ਤੋਂ ਪਿੱਛੋਂ ਆਉਂਦਾ ਹੈ। ਜਿਵੇਂ ਉੱਪਰਲੇ ਵਾਕਾਂ ਦੇ ਵਿੱਚ ਆਇਆ ਹੈ। ਪਰ ਜੇ ਇਹ ਭਾਵ ਸਾਰੇ ਵਾਕ ਵਿੱਚ ਪ੍ਰਗਟ ਹੈ ਤਦ ਵਿਸਮਕ ਚਿੰਨ੍ਹ ਸਾਰੇ ਵਾਕ ਦੇ ਪਿੱਛੋਂ ਆਉਂਦਾ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ, ਤੁਸੀਂ ਤਾਂ ਕਮਾਲ ਕਰ ਦਿੱਤੀ, ਤਾਂ ਇਸ ਵਾਕ ਦੇ ਪਿੱਛੇ ਵਿਸਮਕ ਚਿੰਨ੍ਹ ਦੀ ਵਰਤੋਂ ਹੋਵੇਗੀ। ਇਸ ਤਰ੍ਹਾਂ ਇਹ ਸੀਗੀ ਕਾਰਜ ਦੇ ਆਧਾਰ ਤੇ ਵਾਕ ਵੰਡ। ਇਸ ਤੋਂ ਇਲਾਵਾ ਵਾਕਾਂ ਨੂੰ ਆਗਿਆਵਾਚਕ ਵਾਕ ਅਤੇ ਇੱਛਾਵਾਚਕ ਵਾਕ ਵਿੱਚ ਵੀ ਵੰਡਿਆ ਜਾਂਦਾ ਹੈ। ਆਗਿਆਵਾਚਕ ਵਾਕ ਕੀ ਹੁੰਦੇ ਹਨ? ਆਗਿਆਵਾਚਕ ਵਾਕ ਉਹ ਵਾਕ ਹੁੰਦੇ ਹਨ ਜਿਨ੍ਹਾਂ ਵਾਕਾਂ ਵਿੱਚ ਆਗਿਆ ਜਾਂ ਹੁਕਮ ਦਿੱਤੇ ਜਾਣ ਦੇ ਭਾਵ ਹੁੰਦੇ ਹਨ। ਇਹਨਾਂ ਵਾਕਾਂ ਵਿੱਚ ਆਮ ਤੌਰ ਤੇ ਕਰਤਾ ਦੀ ਅਣਹੋਂਦ ਹੁੰਦੀ ਹੈ। ਜਿਵੇਂ ਪਹਿਲਾ ਵਾਕ ਹੈ, ਆਓ ਖੇਡਣ ਚੱਲੀਏ। ਇਹ ਵਾਕ ਆਗਿਆਵਾਚਕ ਵਾਕ ਹੈ। ਕਈ ਵਾਰ ਇਹਨਾਂ ਵਾਕਾਂ ਵਿੱਚ ਆਦਰਵਾਚੀ ਤੱਤ ਕਿਰਪਾ, ਜੀ ਆਦਿ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਜਿਵੇਂ ਦੂਸਰਾ ਵਾਕ ਹੈ, ਕਿਰਪਾ ਕਰਕੇ ਅੰਦਰ ਆ ਜਾਓ। ਦੂਸਰੀ ਕਿਸਮ ਹੈ ਇੱਛਾਵਾਚਕ ਵਾਕ। ਇੱਛਾਵਾਚਕ ਵਾਕਾਂ ਵਿੱਚ ਕਿਸੇ ਲਈ ਸ਼ੁਭ ਇਛਾਵਾਂ ਜਾਂ ਅਸੀਸ ਆਦਿ ਦੇ ਭਾਵਾਂ ਨੂੰ ਪ੍ਰਗਟ ਕੀਤਾ ਗਿਆ ਹੁੰਦਾ ਹੈ। ਜਿਵੇਂ ਪਹਿਲਾ ਵਾਕ ਹੈ, ਤੂੰ ਹਮੇਸ਼ਾ ਜ਼ਿੰਦਗੀ ਵਿੱਚ ਕਾਮਯਾਬ ਹੋਵੇਂ। ਦੂਸਰਾ ਵਾਕ ਹੈ, ਰੱਬ ਤੈਨੂੰ ਲੰਮੀ ਉਮਰ ਬਖਸ਼ੇ। ਇਸ ਤੋਂ ਇਲਾਵਾ ਵਾਚ ਅਨੁਸਾਰ ਵੀ ਵਾਕ ਵੰਡ ਕੀਤੀ ਜਾਂਦੀ ਹੈ। ਵਾਚ ਦੇ ਅਨੁਸਾਰ
ਵਾਕ ਨੂੰ ਦੋ ਮੁੱਖ ਭਾਗਾਂ ਕਰਤਰੀਵਾਚ ਅਤੇ ਕਰਮਣੀਵਾਚ ਵਿੱਚ ਵੰਡਿਆ ਜਾਂਦਾ ਹੈ। ਸਭ ਤੋਂ ਪਹਿਲਾਂ ਹੈ ਕਰਤਰੀਵਾਚ ਵਾਕ। ਕਰਤਰੀਵਾਚ ਵਾਕ ਕੀ ਹੁੰਦੇ ਹਨ? ਜਿਸ ਵਾਕ ਵਿੱਚ ਕਰਤਾ ਪਹਿਲਾਂ ਆਵੇ ਉਸ ਨੂੰ ਕਰਤਰੀਵਾਚੀ ਵਾਕ ਕਹਿੰਦੇ ਹਨ। ਜਿਵੇਂ ਪਹਿਲਾ ਵਾਕ ਹੈ ਸੁਖਜੀਤ ਕਿਤਾਬ ਪੜ੍ਹਦੀ ਹੈ। ਇਸ ਵਾਕ ਵਿੱਚ ਸੁਖਜੀਤ ਕਰਤਾ ਹੈ, ਕਿਤਾਬ ਕਰਮ ਹੈ, ਪੜ੍ਹਦੀ ਹੈ ਕਿਰਿਆ ਹੈ। ਵਾਕ ਵਿੱਚ ਪਹਿਲਾਂ ਕਰਤਾ ਆਇਆ ਹੈ, ਇਸ ਕਰਕੇ ਇਹ ਕਰਤਰੀਵਾਚ ਵਾਕ ਹੈ। ਦੂਸਰਾ ਵਾਕ ਹੈ ਮਾਤਾ ਜੀ ਰੋਟੀ ਪਕਾਉਂਦੇ ਹਨ। ਇਸ ਵਿੱਚ ਮਾਤਾ ਜੀ ਕਰਤਾ ਹਨ, ਰੋਟੀ ਕਰਮ ਹੈ ਅਤੇ ਕਿਰਿਆ ਹੈ ਪਕਾਉਂਦੇ ਹਨ। ਵਾਕ ਵਿੱਚ ਕਰਤਾ ਮਾਤਾ ਜੀ ਪਹਿਲਾਂ ਆਇਆ ਹੈ, ਇਸ ਕਰਕੇ ਇਹ ਕਰਤਰੀਵਾਚ ਹੈ। ਦੂਸਰੀ ਕਿਸਮ ਹੈ ਕਰਮਣੀਵਾਚ। ਕਰਮਣੀਵਾਚ ਵਾਕ ਕੀ ਹੁੰਦੇ ਹਨ? ਜਿਸ ਵਾਕ ਵਿੱਚ ਕਰਮ ਪਹਿਲਾਂ ਆਵੇ ਉਸ ਨੂੰ ਕਰਮਣੀਵਾਚ ਵਾਕ ਕਹਿੰਦੇ ਹਨ। ਪਹਿਲਾ ਵਾਕ ਹੈ ਕਿਤਾਬ ਸੁਖਜੀਤ ਦੁਆਰਾ ਪੜ੍ਹੀ ਜਾਂਦੀ ਹੈ, ਤਾਂ ਕਰਮ ਕਿਤਾਬ ਪਹਿਲਾਂ ਆਉਣ ਕਰਕੇ ਇਹ ਕਰਮਣੀਵਾਚ ਵਾਕ ਬਣ ਗਿਆ। ਦੂਸਰਾ ਵਾਕ ਹੈ ਰੋਟੀ ਮਾਤਾ ਜੀ ਦੁਆਰਾ ਪਕਾਈ ਜਾਂਦੀ ਹੈ, ਤਾਂ ਰੋਟੀ ਸ਼ਬਦ ਜੋ ਕਿ ਕਰਮ ਹੈ ਪਹਿਲਾਂ ਆਉਣ ਕਰਕੇ ਵਾਕ ਕਰਮਣੀਵਾਚ ਵਾਕ ਬਣ ਗਿਆ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਆਕਰਨ ਦੇ ਤੀਸਰੇ ਅੰਗ ਵਾਕ ਬੋਧ ਅਧੀਨ ਆਉਂਦੇ ਵਾਕ, ਉਦੇਸ਼, ਵਿਧੇਯ, ਵਾਕਾਂਸ਼, ਉਪਵਾਕ, ਵਾਕਾਂ ਦੀ ਸ਼੍ਰੇਣੀ ਵੰਡ, ਵਾਕ ਵਟਾਂਦਰਾ ਅਤੇ ਵਾਕ ਵਿਉਂਤ ਬਾਰੇ ਗੱਲਬਾਤ ਕੀਤੀ ਹੈ।